ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਪਾਕਮਾ ਕਲੀਸਿਆ ਰੋਜ਼ਿਆਂ ਦੇ ਸਮੇਂ ਦੀ ਸ਼ੁਰੂਆਤ ਕਰ ਰਹੀ ਹੈ ਅਤੇ ਰੋਜ਼ਿਆਂ ਦੀ ਸ਼ੁਰੂਆਤ ਰਾਖ ਦੇ ਬੁੱਧਵਾਰ ਨਾਲ ਹੁੰਦੀ ਹੈ। ਅੱਜ ਦੁਨੀਆ ਭਰ ਦੇ ਗਿਰਜੇ ਘਰਾਂ ਦੇ ਵਿੱਚ ਵਿਸ਼ਵਾਸੀਆਂ ਦੇ ਮੱਥਿਆਂ ਦੇ ਉੱਤੇ ਰਾਖ ਮਲ ਕੇ ਉਹਨਾਂ ਨੂੰ ਇਹ ਯਾਦ ਦਿਲਾਇਆ ਜਾਂਦਾ ਹੈ ਕਿ ਉਹਨਾਂ ਨੇ ਪਛਤਾਵਾ ਕਰਨਾ ਹੈ। ਅੱਜ ਦੇ ਇਸ ਪਾਵਨ ਦਿਹਾੜੇ ਦੇ ਮੌਕੇ ਤੇ ਆਓ ਅਸੀਂ ਪ੍ਰਭੂ ਦੇ ਵਚਨ ਨੂੰ ਸੁਣੀਏ ਤੇ ਸੁਣਨ ਦੇ ਬਾਅਦ ਉਹਦੇ ਉੱਤੇ ਮਨਨ ਕਰੀਏ। ਆਓ ਅਸੀਂ ਪਾਕ ਕਲਾਮ ਦੇ ਵਿੱਚੋਂ ਹੁਣ ਦੋ ਪਾਠ ਸੁਣਾਂਗੇ। ਪਹਿਲਾ ਪਾਠ ਜੋਇਲ ਨਬੀ ਦੀ ਪੁਸਤਕ, ਉਸ ਦਾ ਦੂਸਰਾ ਅਧਿਆਇ 12 ਤੋਂ ਲੈ ਕੇ 18 ਐਤ ਤੱਕ, ਅਤੇ ਅੱਜ ਦਾ ਜੋ ਦੂਸਰਾ ਪਾਠ ਹੈ ਸੰਤ ਪੌਲੁਸ ਦਾ ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਦੂਜਾ ਖੱਤ, ਉਸ ਦਾ 5ਵਾਂ ਅਧਿਆਇ 20 ਐਤ ਤੋਂ ਲੈ ਕੇ 6ਵਾਂ ਅਧਿਆਇ ਉਸ ਦੀ 2 ਐਤ ਤੱਕ। ਜੋ ਅੱਜ ਦੀ ਅੰਜੀਲ ਹੈ ਉਹ ਮੱਤੀ ਦੀ ਅੰਜੀਲ 6ਵਾਂ ਅਧਿਆਇ ਉਹਦੀ 1 ਤੋਂ 6 ਐਤ ਤੱਕ ਅਤੇ 16 ਤੋਂ ਲੈ ਕੇ 18 ਐਤ ਤੱਕ। ਆਓ ਅਸੀਂ ਇਸ ਵਚਨ ਉੱਤੇ ਧਿਆਨ ਕਰਨ ਤੋਂ ਪਹਿਲਾਂ ਇਹ ਪਾਠ ਸੁਣੀਏ ਅਤੇ ਉਹਨਾਂ ਦੇ ਉੱਤੇ ਗੌਰ ਕਰੀਏ। ਪਾਠ ਪਹਿਲਾ ਜੋਇਲ ਨਬੀ ਦੀ ਪੁਸਤਕ, ਉਸ ਦਾ 2 ਬਾਬ 12 ਤੋਂ 18 ਆਇਤ ਤੱਕ। ਪ੍ਰਭੂ ਕਹਿੰਦਾ ਹੈ, ਤੁਸੀਂ ਇਸ ਸਮੇਂ ਵੀ ਸੱਚੇ ਦਿਲ ਨਾਲ ਆਪਣੇ ਪਾਪਾਂ ਨੂੰ ਸਵੀਕਾਰ ਕਰਦੇ ਹੋਏ, ਵਰਤ ਰੱਖ ਕੇ ਰੋਂਦੇ ਹੋਏ ਮੇਰੇ ਕੋਲ ਵਾਪਸ ਆ ਸਕਦੇ ਹੋ। ਤੁਹਾਡੇ ਟੁੱਟੇ ਦਿਲਾਂ ਤੋਂ ਤੁਹਾਡਾ ਦੁੱਖ ਪ੍ਰਗਟ ਹੋਵੇਗਾ। ਕੇਵਲ ਪਾਟੇ ਕੱਪੜੇ ਪਾ ਲੈਣਾ ਕਾਫੀ ਨਹੀਂ ਹੈ। ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਕੋਲ ਮੁੜ ਆਵੋ। ਉਹ ਬਹੁਤ ਦਿਆਲੂ ਅਤੇ ਕਿਰਪਾਲੂ ਹੈ। ਉਹ ਧੀਰਜਵਾਨ ਅਤੇ ਆਪਣੀ ਪ੍ਰਤਿੱਗਿਆ ਪੂਰੀ ਕਰਦਾ ਹੈ। ਉਹ ਹਮੇਸ਼ਾ ਮਾਫ ਕਰਨ ਲਈ ਤਿਆਰ ਰਹਿੰਦਾ ਹੈ, ਨਾ ਕਿ ਸਜ਼ਾ ਦੇਣ ਲਈ। ਹੋ ਸਕਦਾ ਹੈ ਕਿ ਪ੍ਰਭੂ ਤੁਹਾਡਾ ਪਰਮੇਸ਼ਵਰ ਆਪਣਾ ਫੈਸਲਾ ਬਦਲ ਲਵੇ ਅਤੇ ਤੁਹਾਨੂੰ ਬਹੁਤ ਸਾਰੀ ਫਸਲ ਦੀ ਅਸੀਸ ਦੇਵੇ। ਤਦ ਤੁਸੀਂ ਉਸ ਦੇ ਸਾਹਮਣੇ ਅਨਾਜ ਤੇ ਦਾਖਰਸ ਦੀਆਂ ਭੇਂਟਾਂ ਚੜਾ ਸਕੋਗੇ। ਸਿਯੋਨ ਪਹਾੜ ਉੱਤੇ ਬਿਗਲ ਵਜਾਓ। ਵਰਤ ਰੱਖਣ ਦੇ ਲਈ ਸਭ ਨੂੰ ਕਹੋ, ਤੁਸੀਂ ਸਭਾ ਕਰੋ। ਤੁਸੀਂ ਲੋਕਾਂ ਨੂੰ ਇਕੱਠਾ ਕਰੋ ਅਤੇ ਉਹਨਾਂ ਨੂੰ ਸੰਗਤ ਦੇ ਰੂਪ ਵਿੱਚ ਪਵਿੱਤਰ ਕਰੋ। ਬੁੱਢਿਆਂ ਨੂੰ ਸੱਦੋ, ਬੱਚਿਆਂ ਨੂੰ ਸੱਦੋ ਅਤੇ ਦੁੱਧ ਚੁੰਗਦੀਆਂ ਨਿਆਣਿਆਂ ਨੂੰ ਵੀ। ਨਵ ਵਿਆਹੇ ਵੀ ਆਪਣੇ ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਆਉਣ। ਪ੍ਰੋਹਿਤ ਜੋ ਪ੍ਰਭੂ ਦੀ ਸੇਵਾ ਕਰਦੇ ਹਨ, ਵੇਦੀ ਅਤੇ ਮੰਦਿਰ ਦੇ ਬੂਹੇ ਵਿਚਕਾਰ ਖੜੇ ਹੋ ਕੇ ਰੋਣ ਅਤੇ ਪ੍ਰਾਰਥਨਾ ਕਰਨ। ਪ੍ਰਭੂ, ਤੂੰ ਆਪਣੇ ਲੋਕਾਂ ਉੱਤੇ ਦਇਆ ਕਰ। ਤੂੰ ਪਰਾਈਆਂ ਕੌਮਾਂ ਨੂੰ ਇਹ ਕਹਿ ਕੇ ਸਾਨੂੰ ਠੱਠੇ ਨਾ ਕਰਨ ਦੇ, ਤੁਹਾਡਾ ਪਰਮੇਸ਼ਵਰ ਕਿੱਥੇ ਹੈ। ਤਦ ਪ੍ਰਭੂ ਨੇ ਆਪਣੀ ਧਰਤੀ ਵੱਲ ਪਿਆਰ ਵਿਖਾਇਆ ਅਤੇ ਉਸਨੇ ਆਪਣੇ ਲੋਕਾਂ ਉੱਤੇ ਤਰਸ ਖਾਧਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਾਠ ਦੂਸਰਾ ਕੁਰਿੰਥੀਆਂ ਦੇ ਨਾਮ ਸੰਤ ਪੌਲੁਸ ਦੇ ਦੂਸਰੇ ਪੱਤਰ ਵਿੱਚੋਂ, ਉਸ ਦੇ 5 ਬਾਬ ਦੀ 20 ਆਇਤ ਅਤੇ 6 ਬਾਬ ਦੀ 2 ਆਇਤ ਤੱਕ। ਇਸ ਲਈ ਅਸੀਂ ਮਸੀਹ ਦੇ ਰਾਜਦੂਤ ਹਾਂ, ਕਿਉਂ ਜੋ ਖੁਦਾ ਸਾਡੇ ਰਾਹੀਂ ਤੁਹਾਡੇ ਅੱਗੇ ਆਪ ਅਪੀਲ ਕਰ ਰਿਹਾ ਹੈ। ਅਸੀਂ ਮਸੀਹ ਦੇ ਨਾਂ ਉੱਤੇ ਤੁਹਾਡੇ ਅੱਗੇ ਜ਼ੋਰਦਾਰ ਬੇਨਤੀ ਕਰਦੇ ਹਾਂ ਕਿ ਤੁਸੀਂ ਖੁਦਾ ਨਾਲ ਮੇਲ ਕਰ ਲਵੋ। ਮਸੀਹ ਨੇ ਕੋਈ ਪਾਪ ਨਾ ਜਾਣਿਆ, ਫਿਰ ਵੀ ਖੁਦਾ ਨੇ ਉਸ ਨੂੰ ਸਾਡੀ ਖਾਤਰ ਪਾਪ ਬਣਾਇਆ, ਤਾਂ ਜੋ ਅਸੀਂ ਉਸ ਦੇ ਵਿੱਚ ਖੁਦਾ ਦੀ ਧਾਰਮਿਕਤਾ ਬਣ ਜਾਈਏ। ਖੁਦਾ ਨਾਲ ਇਕੱਠੇ ਕੰਮ ਕਰਦੇ ਹੋਏ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਖੁਦਾ ਦੇ ਫਜ਼ਲ ਨੂੰ ਵਿਅਰਥ ਨਾ ਲੈਣਾ, ਕਿਉਂਕਿ ਉਹ ਕਹਿੰਦਾ ਹੈ, ਮਨ ਭਾਉਂਦੇ ਸਮੇਂ ਤੇ ਮੈਂ ਤੁਹਾਡੀ ਸੁਣੀ
ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਸਹਾਇਤਾ ਕੀਤੀ। ਦੇਖੋ ਹੁਣ ਮਨ ਭਾਉਂਦਾ ਸਮਾਂ ਹੈ, ਦੇਖੋ ਇਹ ਮੁਕਤੀ ਦਾ ਦਿਨ ਹੈ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਸਾਵਧਾਨ ਰਹੋ, ਆਪਣੇ ਪੁੰਨ ਭਗਤੀ ਨੂੰ ਲੋਕਾਂ ਸਾਹਮਣੇ ਦਿਖਾਵੇ ਲਈ ਨਾ ਕਰੋ, ਨਹੀਂ ਤਾਂ ਤੁਹਾਨੂੰ ਆਪਣੇ ਬਾਪ ਤੋਂ ਜੋ ਸਵਰਗ ਵਿੱਚ ਹੈ ਕੋਈ ਇਨਾਮ ਨਹੀਂ ਮਿਲੇਗਾ। ਇਸ ਤਰ੍ਹਾਂ ਜਦੋਂ ਤੁਸੀਂ ਦਾਨ ਦਿੰਦੇ ਹੋ ਤਾਂ ਆਪਣੇ ਅੱਗੇ ਢੰਡੋਰਾ ਨਾ ਪਿਟਵਾਓ, ਜਿਸ ਤਰ੍ਹਾਂ ਕਿ ਪਖੰਡੀ ਸਿਨਾਗੋਗ ਅਤੇ ਗਲੀਆਂ ਵਿੱਚ ਕਰਦੇ ਹਨ, ਤਾਂ ਜੋ ਲੋਕ ਉਹਨਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਇਨਾਮ ਲੈ ਚੁੱਕੇ ਹਨ। ਪਰ ਤੁਸੀਂ ਜਦੋਂ ਦਾਨ ਦੇਵੋ ਤਾਂ ਤੁਹਾਡਾ ਖੱਬਾ ਹੱਥ ਇਹ ਨਾ ਜਾਣੇ ਕਿ ਤੁਹਾਡਾ ਸੱਜਾ ਹੱਥ ਕੀ ਕਰ ਰਿਹਾ ਹੈ, ਤਾਂ ਜੋ ਤੁਹਾਡਾ ਦਾਨ ਗੁਪਤ ਵਿੱਚ ਹੋਵੇ ਅਤੇ ਤੁਹਾਡਾ ਬਾਪ ਜੋ ਗੁਪਤ ਵਿੱਚ ਦੇਖਦਾ ਹੈ ਤੁਹਾਨੂੰ ਇਨਾਮ ਦੇਵੇ। ਫਿਰ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਤੁਹਾਨੂੰ ਪਖੰਡੀਆਂ ਵਾਂਗੂ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਸਿਨਾਗੋਗ ਵਿੱਚ ਅਤੇ ਚੌਂਕਾਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨਾ ਪਸੰਦ ਕਰਦੇ ਹਨ, ਤਾਂ ਜੋ ਲੋਕ ਉਹਨਾਂ ਨੂੰ ਦੇਖਣ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹਨਾਂ ਨੂੰ ਉਹਨਾਂ ਦਾ ਇਨਾਮ ਮਿਲ ਗਿਆ ਹੈ। ਪਰ ਤੁਸੀਂ ਜਦੋਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰੇ ਵਿੱਚ ਜਾਓ, ਦਰਵਾਜ਼ਾ ਬੰਦ ਕਰੋ ਅਤੇ ਆਪਣੇ ਬਾਪ ਅੱਗੇ ਜੋ ਗੁਪਤ ਵਿੱਚ ਹੈ ਪ੍ਰਾਰਥਨਾ ਕਰੋ, ਅਤੇ ਤੁਹਾਡਾ ਬਾਪ ਜੋ ਗੁਪਤ ਵਿੱਚ ਦੇਖਦਾ ਹੈ ਤੁਹਾਨੂੰ ਇਨਾਮ ਦੇਵੇਗਾ। ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਪਖੰਡੀਆਂ ਵਾਂਗੂ ਆਪਣੇ ਮੂੰਹ ਉਦਾਸ ਨਾ ਬਣਾਓ, ਕਿਉਂਕਿ ਉਹ ਆਪਣੇ ਮੂੰਹ ਵਿਗਾੜ ਲੈਂਦੇ ਹਨ, ਤਾਂ ਜੋ ਲੋਕ ਦੇਖਣ ਕਿ ਉਹਨਾਂ ਵਰਤ ਰੱਖਿਆ ਹੋਇਆ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹਨਾਂ ਆਪਣਾ ਇਨਾਮ ਪਾ ਲਿਆ ਹੈ। ਪਰ ਤੁਸੀਂ ਜਦੋਂ ਵਰਤ ਰੱਖੋ ਤਾਂ ਆਪਣੇ ਸਿਰ ਤੇ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ, ਤਾਂ ਕਿ ਇਹ ਲੋਕਾਂ ਨੂੰ ਨਹੀਂ ਸਗੋਂ ਤੁਹਾਡੇ ਬਾਪ ਨੂੰ ਜੋ ਸਵਰਗ ਵਿੱਚ ਹੈ ਨਜ਼ਰ ਆਵੇ, ਅਤੇ ਤੁਹਾਡਾ ਬਾਪ ਜੋ ਗੁਪਤ ਵਿੱਚ ਦੇਖਦਾ ਹੈ ਤੁਹਾਨੂੰ ਇਨਾਮ ਦੇਵੇਗਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਕਿ ਅੱਜ ਦੁਨੀਆ ਭਰ ਦੇ ਵਿੱਚ ਰਾਖ ਦੇ ਬੁੱਧਵਾਰ ਦੇ ਨਾਲ ਰੋਜ਼ਿਆਂ ਦੇ ਸਮੇਂ ਦੀ ਸ਼ੁਰੂਆਤ ਹੋ ਰਹੀ ਹੈ। ਰੋਜ਼ਿਆਂ ਦਾ ਸਮਾਂ ਪਛਤਾਵੇ ਅਤੇ ਤਪੱਸਿਆ ਦਾ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਹਰ ਇੱਕ ਮਸੀਹ ਵਿਸ਼ਵਾਸੀ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਆਪਣੇ ਆਪ ਨੂੰ ਪ੍ਰਭੂ ਦੇ ਜ਼ਿਆਦਾ ਨਜ਼ਦੀਕ ਲਿਆਉਣ ਦੇ ਲਈ ਰੋਜ਼ੇ ਰੱਖ ਕੇ ਜ਼ਿਆਦਾ ਸਮਾਂ ਪ੍ਰਾਰਥਨਾ ਵਿੱਚ ਗੁਜ਼ਾਰਦੇ ਹੋਏ, ਆਪਣੇ ਆਪ ਨੂੰ ਕਸ਼ਟ ਦਿੰਦੇ ਹੋਏ ਆਪਣੇ ਆਪ ਨੂੰ ਯੋਗ ਬਣਾਉਂਦਾ ਹੈ। ਆਓ ਅੱਜ ਅਸੀਂ ਇਹਨਾਂ ਪਾਠਾਂ ਦੇ ਉੱਤੇ ਥੋੜੀ ਦੇਰ ਦੇ ਲਈ ਆਪਣਾ ਧਿਆਨ ਲਾਈਏ ਅਤੇ ਇਹਨਾਂ ਪਾਠਾਂ ਦੇ ਜੋ ਅਸਲੀ ਮਤਲਬ ਹਨ ਉਹਨਾਂ ਨੂੰ ਸਮਝਣ ਦੇ ਲਈ ਅਸੀਂ ਅੱਜ ਕੋਸ਼ਿਸ਼ ਕਰੀਏ। ਨਾਲੇ ਇਹ ਵੀ ਜਾਣੀਏ ਕਿ ਜੋ ਅਸੀਂ ਕਰਨ ਜਾ ਰਹੇ ਹਾਂ ਅੱਜ ਦੇ ਬਾਅਦ, ਜੋ ਵੀ ਅਸੀਂ ਕਰਨਾ ਹੈ ਉਹਦਾ ਸਾਨੂੰ ਪਤਾ ਹੋਵੇ ਕਿ ਅਸੀਂ ਕਿਉਂ ਕਰ ਰਹੇ ਹਾਂ। ਹਾਂ ਪਿਆਰਿਓ, ਸਭ ਤੋਂ ਪਹਿਲਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸੁਣਾਂਗੇ ਯੋਨਾ ਨਬੀ ਦੀ ਪੁਸਤਕ, ਉਸ ਦਾ 3 ਅਧਿਆਇ, ਉਹਦੀ 6ਵੀਂ ਅਤੇ 7ਵੀਂ ਆਇਤ ਨੂੰ ਅਸੀਂ ਸੁਣਾਂਗੇ
ਕਿ ਕਿਸ ਤਰ੍ਹਾਂ ਪੁਰਾਣੇ ਅਹਿਦਨਾਮੇ ਵਿੱਚ ਜੋਨਾ ਨਬੀ ਦੇ ਸਮੇਂ ਨਿਨਵੇ ਸ਼ਹਿਰ ਦੇ ਲੋਕਾਂ ਨੇ ਪਛਤਾਵਾ ਕੀਤਾ, ਆਪਣੇ ਉੱਤੇ ਸਵਾਹ ਮਲ ਲਈ, ਟਾਟ ਪਾ ਲਏ ਅਤੇ ਪ੍ਰਾਰਥਨਾ ਕੀਤੀ ਤਾਂ ਕਿ ਪ੍ਰਭੂ ਜਿਸ ਨੇ ਉਹਨਾਂ ਨੂੰ ਨਾਸ਼ ਕਰਨ ਦਾ ਫੈਸਲਾ ਕੀਤਾ ਸੀ ਉਹ ਆਪਣੇ ਇਰਾਦੇ ਨੂੰ ਬਦਲ ਲਵੇ। ਹਾਂ ਪਿਆਰਿਓ, ਕੁਝ ਸਾਲ ਪਹਿਲਾਂ ਇੱਕ ਨੌਜਵਾਨ ਵਿਅਕਤੀ ਨੇ ਆ ਕੇ ਮੇਰੇ ਤੋਂ ਪੁੱਛਿਆ ਕਿ ਫਾਦਰ ਜੀ, ਮੱਥਿਆਂ ਦੇ ਉੱਤੇ ਰਾਖ ਕਿਉਂ ਲਾਉਂਦੇ ਹਨ, ਇਹਦਾ ਮਤਲਬ ਕੀ ਹੈ? ਤਾਂ ਮੈਂ ਉਸ ਭਰਾ ਨੂੰ ਦੱਸਿਆ ਸੀ ਕਿ ਤੁਸੀਂ ਜੋਨਾ ਨਬੀ ਦੀ ਪੁਸਤਕ ਪੜ੍ਹੋ, ਉੱਥੇ ਤੁਹਾਨੂੰ ਸਭ ਪਤਾ ਚੱਲ ਜਾਵੇਗਾ ਕਿ ਇਹ ਜੋ ਰਾਖ ਮਲਣ ਦੀ ਜੋ ਰੀਤ ਹੈ ਇਹ ਬਹੁਤ ਸਮੇਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਰਾਖ ਮਲਣ ਤੋਂ ਭਾਵ ਹੁੰਦਾ ਸੀ ਕਿ ਬੰਦਾ ਆਪਣੇ ਆਪ ਨੂੰ ਬਦਲਣ ਦੇ ਲਈ ਉਹ ਟਾਟ ਦੇ ਕੱਪੜੇ ਪਾ ਕੇ ਅਤੇ ਸਵਾਹ ਮਲ ਕੇ ਇੱਕ ਪਛਤਾਵੇ ਦੇ ਨਿਸ਼ਾਨ ਨੂੰ ਪ੍ਰਗਟ ਕਰ ਰਿਹਾ ਹੈ। ਆਓ ਅਸੀਂ ਨਿਨਵੇ ਸ਼ਹਿਰ ਦੇ ਲੋਕਾਂ ਦੀ ਉਸ ਵਕਤ ਦੇ ਰਾਜੇ ਨੇ ਜੋ ਹੁਕਮਨਾਮਾ ਜਾਰੀ ਕੀਤਾ ਉਸ ਨੂੰ ਅਸੀਂ ਸੁਣੀਏ, ਉਹਦੇ ਉੱਤੇ ਧਿਆਨ ਕਰੀਏ। ਨਿਨਵੇ ਦੇ ਰਾਜਾ ਕੋਲ ਜਦੋਂ ਇਸ ਸਭ ਦਾ ਸਮਾਚਾਰ ਪਹੁੰਚਿਆ ਤਾਂ ਉਹ ਵੀ ਆਪਣੇ ਤਖਤ ਤੋਂ ਉੱਠਿਆ ਅਤੇ ਆਪਣੀ ਸ਼ਾਹੀ ਪੋਸ਼ਾਕ ਉਤਾਰ ਕੇ ਟਾਟ ਉਸਨੇ ਪਹਿਨ ਲਿਆ ਅਤੇ ਸਵਾਹ ਵਿੱਚ ਬੈਠ ਗਿਆ। ਹਾਂ ਪਿਆਰਿਓ, ਨਿਨਵੇ ਸ਼ਹਿਰ ਦਾ ਜੋ ਬਾਦਸ਼ਾਹ ਸੀ, ਜਦੋਂ ਜੋਨਾ ਨਬੀ ਦੇ ਸੰਦੇਸ਼ ਪਛਤਾਵੇ ਦੇ ਬਾਰੇ ਜਾਂ ਖੁਦਾ ਦਾ ਜੋ ਦੈਵੀ ਸੰਦੇਸ਼ ਉਹਦੇ ਕੋਲ ਆਇਆ ਸੀ, ਜਦੋਂ ਉਸਨੇ ਨਿਨਵੇ ਸ਼ਹਿਰ ਦੇ ਲੋਕਾਂ ਨੂੰ ਉਹ ਸੰਦੇਸ਼ ਦਿੱਤਾ ਤਾਂ ਕਿਸ ਤਰ੍ਹਾਂ ਉਹ ਰਾਜਾ ਵੀ ਆਪਣੇ ਤਖਤ ਪੋਸ਼ ਤੋਂ ਉੱਠਿਆ, ਆਪਣੇ ਸ਼ਾਹੀ ਲਿਬਾਸ ਉਸਨੇ ਉਤਾਰ ਕੇ ਟਾਟ ਪਾ ਲਏ ਅਤੇ ਸਵਾਹ ਦੇ ਵਿੱਚ ਬੈਠ ਗਿਆ। ਕਿਉਂ ਸਵਾਹ ਦੇ ਵਿੱਚ ਬੈਠ ਗਿਆ? ਤਾਂ ਕਿ ਇਹ ਸਾਰਿਆਂ ਨੂੰ ਪਤਾ ਲੱਗੇ ਕਿ ਅੱਜ ਤੋਂ ਨਿਨਵੇ ਸ਼ਹਿਰ ਦੇ ਲੋਕਾਂ ਨੇ ਪਛਤਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਂ ਪਿਆਰਿਓ, ਸਿਰਫ ਲੋਕਾਂ ਨੇ ਹੀ ਨਹੀਂ, ਰਾਜੇ ਨੇ ਅੱਗੇ ਹੁਕਮਨਾਮਾ ਜਾਰੀ ਕੀਤਾ ਕਿ ਜਾਨਵਰ ਤੱਕ ਰੋਜ਼ਾ ਰੱਖਣ, ਰੋਜ਼ਾ ਰੱਖ ਕੇ ਪ੍ਰਾਰਥਨਾ ਕਰਨ। ਅਸੀਂ ਸੁਣਾਂਗੇ 7ਵੀਂ ਆਇਤ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਾਂਗੇ, ਰਾਜੇ ਨੇ ਅੱਗੇ ਕੀ ਹੁਕਮ ਜਾਰੀ ਕੀਤਾ ਸੀ। ਉਸਨੇ ਇਹ ਕਹਿ ਕੇ ਢਿੰਡੋਰਾ ਪਿਟਵਾਇਆ, ਇਹ ਰਾਜਾ ਅਤੇ ਉਸ ਦੇ ਸ਼ਾਹੀ ਅਧਿਕਾਰੀਆਂ ਦਾ ਹੁਕਮ ਹੈ ਕਿ ਕੋਈ ਮਨੁੱਖ ਵੀ ਕਿਸੇ ਚੀਜ਼ ਦਾ ਸਵਾਦ ਤੱਕ ਨਾ ਚੱਖੇ, ਇੱਥੋਂ ਤੱਕ ਕਿ ਕਿਸੇ ਪਸ਼ੂ ਜਾਂ ਬਲਦ ਜਾਂ ਭੇਡ ਤੱਕ ਨੂੰ ਚਾਰਾ ਨਾ ਪਾਇਆ ਜਾਵੇ ਅਤੇ ਨਾ ਹੀ ਪਾਣੀ ਪਿਲਾਇਆ ਜਾਵੇ। ਹਾਂ ਪਿਆਰਿਓ, ਇਹ ਸਾਰੇ ਜੋ ਚਿੰਨ੍ਹ ਹਨ, ਜੋਨਾ ਨਬੀ ਦੇ ਰਾਹੀਂ ਨਿਨਵੇ ਸ਼ਹਿਰ ਦੇ ਲੋਕਾਂ ਨੂੰ ਜੋ ਚਿੰਨ੍ਹ ਮਿਲੇ ਪਛਤਾਵਾ ਕਰਨ ਦੇ ਲਈ, ਉਹ ਇਹੋ ਸਨ ਕਿ ਉਹ ਪਛਤਾਵਾ ਕਰਨ, ਰੋਜ਼ਾ ਰੱਖ ਕੇ ਦੁਆ ਕਰਨ ਤਾਂ ਕਿ ਪ੍ਰਭੂ ਆਪਣੇ ਫੈਸਲੇ ਨੂੰ ਬਦਲ ਲਵੇ। ਹਾਂ ਪਿਆਰਿਓ, ਅੱਜ ਉਹੀ ਸਵਾਹ ਅਸੀਂ ਆਪਣੇ ਮੱਥਿਆਂ ਉੱਤੇ ਮਲ ਰਹੇ ਹਾਂ, ਜੋ ਇੱਕ ਪਛਤਾਵੇ ਦਾ, ਇੱਕ ਪ੍ਰਾਰਥਨਾ ਦਾ ਪ੍ਰਤੀਕ ਹੈ ਕਿ ਇਸ ਤੋਂ ਸਾਡੇ ਪ੍ਰਭੂ ਨੂੰ ਵੀ ਪਤਾ ਲੱਗੇ ਕਿ ਇਹ ਜੋ ਉਸ ਦੇ ਭਗਤ ਹਨ, ਵਿਸ਼ਵਾਸੀ ਹਨ, ਸ਼ਰਧਾਲੂ ਹਨ, ਇਹ ਵੀ ਆਪਣੇ ਆਪ ਨੂੰ ਬਦਲਣ ਦੇ ਲਈ ਯਤਨਸ਼ੀਲ ਹਨ। ਹਾਂ ਪਿਆਰਿਓ, ਪ੍ਰਭੂ ਯਿਸੂ ਮਸੀਹ ਲੂਕਾ ਦੀ ਅੰਜੀਲ ਉਸ ਦਾ 13ਵਾਂ ਅਧਿਆਇ ਉਸ ਦੀ 3 ਆਇਤ ਦੇ ਵਿੱਚ ਵੀ ਫਰਮਾਉਂਦਾ ਹੈ, ਪਛਤਾਵਾ ਕਰੋ ਨਹੀਂ ਤਾਂ ਤੁਸੀਂ ਨਾਸ਼ ਹੋ ਜਾਵੋਗੇ। ਹਾਂ ਪਿਆਰਿਓ, ਰੋਜ਼ਿਆਂ ਦਾ ਸਮਾਂ ਪਛਤਾਵੇ ਦਾ ਸਮਾਂ ਹੈ, ਜਦੋਂ ਅਸੀਂ ਪਛਤਾਵਾ ਕਰਨਾ ਹੈ ਅਤੇ ਨਾਲ ਹੀ ਨਾਲ ਤਪੱਸਿਆ ਕਰਕੇ ਅਸੀਂ ਖੁਦਾ ਦੇ ਨਜ਼ਦੀਕ ਆਉਣਾ ਹੈ। ਪਿਆਰਿਓ, ਹੁਣ ਅਸੀਂ ਜੋਇਲ ਨਬੀ ਦਾ ਪਾਠ ਉਹਦੇ ਉੱਤੇ ਥੋੜਾ ਜਿਹਾ ਧਿਆਨ ਲਾਵਾਂਗੇ। ਜੋਇਲ ਨਬੀ ਦੀ ਪੁਸਤਕ ਦੇ ਵਿੱਚ ਅਸੀਂ ਸੁਣਿਆ ਹੈ, ਉੱਥੇ ਜੋਇਲ ਨਬੀ ਸੱਦਾ ਦੇ ਰਿਹਾ ਹੈ, ਸਾਨੂੰ ਸਾਰਿਆਂ ਨੂੰ ਸੱਦਾ ਦੇ ਰਿਹਾ ਹੈ। ਕਹਿੰਦਾ ਹੈ ਕਿ ਮੇਰੇ ਕੋਲ ਵਾਪਸ ਆ ਜਾਓ, ਮੇਰੇ ਕੋਲ ਵਾਪਸ ਆ ਜਾਓ। ਤੇ ਵਾਪਸ ਕਿਸ ਤਰ੍ਹਾਂ ਆਉਣਾ ਹੈ? 3 ਤਰੀਕੇ ਹਨ ਵਾਪਸ ਆਉਣ ਦੇ। ਪਹਿਲਾ ਤਰੀਕਾ ਹੈ ਰੋਜ਼ਾ ਰੱਖ ਕੇ ਪ੍ਰਭੂ ਦੇ ਕੋਲ ਵਾਪਸ ਆਉਣਾ। ਦੂਸਰਾ ਤਰੀਕਾ ਹੈ ਰੋਂਦੇ ਹੋਏ
ਆਪਣੇ ਪਾਪਾਂ ਦੇ ਉੱਤੇ ਰੋਂਦੇ ਹੋਏ ਪ੍ਰਭੂ ਦੇ ਕੋਲ ਵਾਪਸ ਆਉਣਾ ਹੈ। ਅਤੇ ਤੀਸਰਾ ਤਰੀਕਾ ਹੈ ਕਿ ਅਸੀਂ ਵਹਿਣ ਪਾਉਂਦੇ ਹੋਏ, ਆਪਣੇ ਪਾਪਾਂ ਦੇ ਉੱਤੇ ਵਹਿਣ ਪਾਉਂਦੇ ਹੋਏ ਅਸੀਂ ਪ੍ਰਭੂ ਦੇ ਕੋਲ ਮੁੜਨਾ ਹੈ। ਹਾਂ ਪਿਆਰਿਓ, ਅਸੀਂ ਪਾਕ ਅੰਜੀਲ ਦੇ ਵਿੱਚੋਂ ਸੁਣਾਂਗੇ, ਮੱਤੀ ਦੀ ਅੰਜੀਲ ਉਸ ਦਾ 17ਵਾਂ ਅਧਿਆਇ ਉਹਦੀ 21 ਆਇਤ ਦੇ ਵਿੱਚ ਲਿਖਿਆ ਹੈ ਕਿ ਰੋਜ਼ਾ ਰੱਖਦੇ ਹੋਏ ਤੁਸੀਂ ਪ੍ਰਾਰਥਨਾ ਕਰੋ, ਕਿਉਂਕਿ ਇਹ ਰੋਜ਼ਾ ਹੈ ਜਿਹਦੇ ਦੁਆਰਾ ਵੱਡੀਆਂ ਵੱਡੀਆਂ ਬਲਾਵਾਂ, ਵੱਡੀਆਂ ਵੱਡੀਆਂ ਆਫਤਾਂ ਅਤੇ ਵੱਡੀਆਂ ਵੱਡੀਆਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਹਨ, ਅਸੀਂ ਉਹਨਾਂ ਦੇ ਉੱਤੇ ਫਤਿਹ ਪਾ ਸਕਦੇ ਹਾਂ। ਅਸੀਂ ਸੁਣਾਂਗੇ ਮੱਤੀ ਦੀ ਅੰਜੀਲ 17ਵਾਂ ਅਧਿਆਇ ਉਹਦੀ 21 ਆਇਤ, ਜਿੱਥੇ ਪ੍ਰਭੂ ਯਿਸੂ ਰੋਜ਼ਾ ਰੱਖ ਕੇ ਪ੍ਰਾਰਥਨਾ ਕਰਨ ਦੇ ਉੱਤੇ ਜ਼ੋਰ ਦਿੰਦਾ ਹੈ। ਸੁਣਾਂਗੇ ਅਸੀਂ। ਲੇਕਿਨ ਇਹ ਜਿਨਸ ਬਿਨਾਂ ਰੋਜ਼ੇ ਅਤੇ ਪ੍ਰਾਰਥਨਾ ਦੇ ਕਦੀ ਬਾਹਰ ਨਹੀਂ ਨਿਕਲਦੀ। ਹਾਂ ਪਿਆਰਿਓ, ਜਦੋਂ ਯਿਸੂ ਦੇ ਚੇਲੇ ਇੱਕ ਅਸ਼ੁੱਧ ਆਤਮਾ ਨੂੰ, ਇੱਕ ਭੂਤਾਂ ਨਾਲ ਚੰਬੜੇ ਹੋਏ ਵਿਅਕਤੀ ਨੂੰ ਉਹਦੇ ਵਿੱਚੋਂ ਭੂਤਾਂ ਕੱਢਣ ਦੇ ਲਈ ਗਏ, ਪਰ ਉਹਦੇ ਵਿੱਚੋਂ ਕੱਢ ਨਹੀਂ ਸਕੇ, ਤੇ ਫਿਰ ਵਾਪਸ ਪ੍ਰਭੂ ਦੇ ਕੋਲ ਆਏ ਅਤੇ ਪ੍ਰਭੂ ਨੇ ਉਸ ਭੂਤਾਂ ਨਾਲ ਚੰਬੜੇ ਹੋਏ ਵਿਅਕਤੀ ਨੂੰ ਝਿੜਕਿਆ ਅਤੇ ਉਹਦੇ ਵਿੱਚੋਂ ਉਹ ਭੂਤ ਨਿਕਲ ਗਏ। ਤੇ ਯਿਸੂ ਦੇ ਚੇਲੇ ਯਿਸੂ ਤੋਂ ਪੁੱਛਦੇ ਹਨ ਕਿ ਪ੍ਰਭੂ ਜੀ, ਅਸੀਂ ਇਸ ਵਿੱਚੋਂ ਭੂਤ ਕਿਉਂ ਨਹੀਂ ਕੱਢ ਸਕੇ? ਤੇ ਪ੍ਰਭੂ ਯਿਸੂ ਉਹਨਾਂ ਨੂੰ ਕਹਿੰਦਾ ਹੈ ਕਿ ਇਹੋ ਜਿਹੀ ਜਿਨਸ, ਮਤਲਬ ਕਿ ਇਹੋ ਜਿਹੇ ਵੱਡੇ ਵੱਡੇ ਜਿਹੜੇ ਭੂਤ ਪ੍ਰੇਤ ਹਨ, ਉਹਨਾਂ ਨੂੰ ਕੱਢਣ ਦੇ ਲਈ ਰੋਜ਼ਾ ਰੱਖ ਕੇ ਪ੍ਰਾਰਥਨਾ ਕਰਨ ਦੀ ਲੋੜ ਹੈ। ਹਾਂ ਪਿਆਰਿਓ, ਅੱਜ ਅਸੀਂ ਪ੍ਰਭੂ ਦੇ ਕੋਲ ਇਸ ਤਰੀਕੇ ਦੇ ਨਾਲ ਆਉਣਾ ਹੈ, ਰੋਜ਼ਾ ਰੱਖ ਕੇ ਪ੍ਰਾਰਥਨਾ ਕਰਦੇ ਹੋਏ ਅਸੀਂ ਆਉਣਾ ਹੈ। ਫਿਰ ਅਸੀਂ ਸਾਡੇ ਜੀਵਨ ਦੇ ਵਿੱਚ ਜੋ ਵੀ ਕਮਜ਼ੋਰੀਆਂ ਨੇ, ਜੋ ਵੀ ਅਸਫਲਤਾਵਾਂ ਨੇ, ਜੋ ਵੀ ਬਿਮਾਰੀਆਂ ਨੇ, ਪ੍ਰਭੂ ਯਿਸੂ ਸਾਡੇ ਇਸ ਰੋਜ਼ਾ ਰੱਖ ਕੇ ਪ੍ਰਾਰਥਨਾ ਕਰਨ ਦੇ ਦੁਆਰਾ ਉਹ ਬਲਾ ਨੂੰ ਜਾਂ ਉਹ ਪਰੇਸ਼ਾਨੀ ਨੂੰ, ਉਹ ਬਿਮਾਰੀ ਨੂੰ, ਉਹ ਜਿਨਸ ਨੂੰ ਦੂਰ ਕਰ ਦੇਵੇਗਾ। ਦੂਜੀ ਗੱਲ ਹੈ ਕਿ ਅਸੀਂ ਰੋਂਦੇ ਹੋਏ ਪ੍ਰਭੂ ਦੀ ਹਜ਼ੂਰੀ ਵਿੱਚ ਆਉਣਾ ਹੈ, ਮਤਲਬ ਕਿ ਆਪਣੇ ਪਾਪਾਂ ਦੇ ਉੱਤੇ ਪਛਤਾਵਾ ਕਰਦੇ ਹੋਏ ਆਉਣਾ ਹੈ। ਪਿਆਰਿਓ, ਤੁਸੀਂ ਦਾਊਦ ਨਬੀ ਦੇ ਬਾਰੇ ਜਾਣਦੇ ਹੋ। ਦਾਊਦ ਨਬੀ, ਜਿਸ ਨੂੰ ਖੁਦਾ ਨੇ ਮਸਾ ਕੀਤਾ ਸੀ, ਜਿਸ ਨੂੰ ਖੁਦਾ ਨੇ ਰਾਜਾ ਹੋਣ ਦੇ ਲਈ ਚੁਣਿਆ ਸੀ, ਇਸਰਾਇਲੀ ਕੌਮ ਦੇ ਲੋਕਾਂ ਦੀ ਅਗਵਾਈ ਕਰਨ ਦੇ ਲਈ ਚੁਣਿਆ ਸੀ, ਜਦੋਂ ਉਸ ਦੇ ਕੋਲੋਂ ਪਾਪ ਹੋ ਗਿਆ, ਪਾਪ ਹੋਣ ਦੇ ਬਾਅਦ ਬੈਤਸ਼ਬਾ ਤੋਂ ਜੋ ਉਸ ਦੇ ਬੱਚਾ ਪੈਦਾ ਹੋਇਆ, ਉਹ ਬੱਚਾ ਜਦੋਂ ਬਿਮਾਰ ਸੀ ਤਾਂ ਪਿਆਰਿਓ, ਦਾਊਦ ਰਾਜਾ ਨੇ ਰੋ ਰੋ ਕੇ ਦੁਆਵਾਂ ਕੀਤੀਆਂ, ਰੋ ਕੇ ਦੁਆਵਾਂ ਕੀਤੀਆਂ, ਵਹਿਣ ਪਾ ਕੇ ਦੁਆਵਾਂ ਕੀਤੀਆਂ। ਹਾਂ ਪਿਆਰਿਓ, ਅਸੀਂ ਸੁਣਾਂਗੇ ਕਿ ਕਿਸ ਤਰ੍ਹਾਂ ਵਹਿਣ ਪਾ ਕੇ ਦਾਊਦ ਨਬੀ ਨੇ ਉਸ ਬੱਚੇ ਦੇ, ਜਦੋਂ ਉਹ ਬਿਮਾਰ ਸੀ, ਉਹਦੇ ਵਾਸਤੇ ਦੁਆ ਕੀਤੀ ਸੀ। ਦੂਜਾ ਸੈਮੂਅਲ ਉਸ ਦਾ 12ਵਾਂ ਅਧਿਆਇ ਉਹਦੀ 21 ਆਇਤ। ਇਸ ਤੇ ਉਸ ਦੇ ਦਰਬਾਰੀ ਬੋਲੇ, ਸਾਨੂੰ ਸਮਝ ਨਹੀਂ, ਜਦੋਂ ਬੱਚਾ ਜਿਉਂਦਾ ਸੀ ਤੁਸੀਂ ਰੋਏ ਵੀ ਅਤੇ ਕੁਝ ਨਾ ਖਾਧਾ, ਪਰ ਬੱਚੇ ਦੇ ਮਰਨ ਦੇ ਪਿੱਛੋਂ ਤੁਸੀਂ ਉੱਠਦੇ ਹੋ ਅਤੇ ਭੋਜਨ ਵੀ ਕੀਤਾ ਹੈ। ਹਾਂ ਪਿਆਰਿਓ, ਜਦੋਂ ਉਹ ਬੱਚਾ ਮਰ ਗਿਆ ਤਦ ਹੀ ਦਾਊਦ ਰਾਜਾ ਆਪਣੇ ਉਸ ਜੋ ਪ੍ਰਾਰਥਨਾ ਦੇ ਵਿੱਚ ਬੈਠਾ ਹੋਇਆ ਸੀ ਉੱਥੋਂ ਉੱਠਿਆ, ਨਹੀਂ ਤਾਂ ਉਸਨੇ ਰੋ ਕੇ ਵਹਿਣ ਪਾ ਕੇ ਪ੍ਰਾਰਥਨਾ ਕੀਤੀ। ਹਾਂ ਪਿਆਰਿਓ, ਅਸੀਂ ਵੀ ਆਪਣੇ ਪਾਪਾਂ ਤੋਂ ਉਹਦੇ ਉੱਤੇ ਰੋ ਕੇ ਦੁਆ ਕਰਨੀ ਉਹਦੇ ਵਾਸਤੇ ਕਿ ਪ੍ਰਭੂ ਸਾਡੇ ਪਾਪਾਂ ਨੂੰ ਮਾਫ ਕਰ ਦੇਵੇ, ਸਾਨੂੰ ਆਪਣੇ ਸੀਨੇ ਨਾਲ ਲਗਾ ਲਵੇ। ਉਹ ਤਦ ਹੀ ਹੋਵੇਗਾ ਜਦੋਂ ਅਸੀਂ ਦਿਲੋਂ ਰੋ ਕੇ ਪ੍ਰਾਰਥਨਾ ਕਰਾਂਗੇ। ਅਸੀਂ ਲੂਕਾ ਦੀ ਅੰਜੀਲ ਉਸ ਦਾ 7ਵਾਂ ਅਧਿਆਇ ਉਹਦੀ 44 ਆਇਤ ਦੇ ਵਿੱਚ ਇੱਕ ਪਾਪੀ ਔਰਤ ਦੇ ਬਾਰੇ ਅਸੀਂ ਪੜ੍ਹਦੇ ਹਾਂ। ਹਾਂ ਪਿਆਰਿਓ, ਉਹ ਪਾਪੀ ਔਰਤ ਨੇ
ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਦੇ ਵਿੱਚ ਡਿੱਗ ਕੇ ਆਪਣੇ ਹੰਝੂਆਂ ਦੇ ਨਾਲ ਯੀਸ਼ੂ ਦੇ ਪੈਰਾਂ ਨੂੰ ਧੋਤਾ ਅਤੇ ਆਪਣੇ ਵਾਲਾਂ ਦੇ ਨਾਲ ਉਹਨਾਂ ਨੂੰ ਸਾਫ਼ ਕੀਤਾ। ਦੇਖੋ, ਉਹਦੇ ਜਿਹੜੇ ਹੰਝੂ ਸਨ ਉਹ ਇੱਕ ਪਛਤਾਵੇ ਦਾ ਪ੍ਰਤੀਕ ਸਨ। ਉਹਦੇ ਹੰਝੂ ਇਹ ਸਾਬਤ ਕਰਦੇ ਸਨ ਕਿ ਉਹ ਅੰਦਰੋਂ ਟੁੱਟ ਚੁੱਕੀ ਹੈ ਅਤੇ ਉਸਨੇ ਅੰਦਰੋਂ ਪਛਤਾਵਾ ਕੀਤਾ ਹੈ। ਅਤੇ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ, ਪ੍ਰਭੂ ਕਹਿੰਦਾ ਹੈ, ਇਹ ਜੋ ਇਸਨੇ ਆਪਣਾ ਪਿਆਰ ਦਿਖਾਇਆ ਹੈ, ਆਪਣਾ ਪਛਤਾਵਾ ਇਸਨੇ ਦਿਖਾਇਆ ਹੈ, ਇਸ ਕਰਕੇ ਇਸ ਦੇ ਜ਼ਿਆਦੇ ਪਾਪ ਮਾਫ ਹੋ ਗਏ ਹਨ। ਹਾਂ ਪਿਆਰਿਓ, ਰੋਜ਼ਿਆਂ ਦਾ ਇਹ ਸਮਾਂ ਹੈ ਜਦੋਂ ਅਸੀਂ ਆਪਣੇ ਪਾਪਾਂ ਵੱਲੋਂ ਮੂੰਹ ਮੋੜ ਕੇ ਪ੍ਰਭੂ ਦੇ ਨਜ਼ਦੀਕ ਆਉਣਾ ਹੈ। ਹਾਂ ਪਿਆਰਿਓ, ਅਸੀਂ ਉਸ ਹਵਾਲੇ ਨੂੰ ਸੁਣਾਂਗੇ, ਲੂਕਾ ਦੀ ਅੰਜੀਲ 7ਵਾਂ ਅਧਿਆਇ ਉਹਦੀ 44 ਐਤ। ਫਿਰ ਉਸਨੇ ਉਸ ਔਰਤ ਵੱਲ ਮੂੰਹ ਕਰਕੇ ਸ਼ਮਾਉਨ ਨੂੰ ਕਿਹਾ, ਕੀ ਤੁਸੀਂ ਇਸ ਔਰਤ ਨੂੰ ਵੇਖਦੇ ਹੋ? ਮੈਂ ਤੁਹਾਡੇ ਘਰ ਆਇਆ, ਤੁਸੀਂ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ, ਪਰ ਇਸ ਨੇ ਆਪਣੇ ਅਥਰੂਆਂ ਨਾਲ ਮੇਰੇ ਪੈਰਾਂ ਨੂੰ ਭਿਉਂਇਆ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਹੈ। ਹਾਂ ਪਿਆਰਿਓ, ਦੇਖੋ ਉਸ ਔਰਤ ਦਾ ਇੱਕ ਪ੍ਰਭੂ ਦੇ ਲਈ ਪਿਆਰ ਅਤੇ ਆਪਣੇ ਪਾਪਾਂ ਵੱਲੋਂ ਮੂੰਹ ਮੋੜਨ ਦੇ ਲਈ ਉਸਨੇ ਕਿਸ ਤਰ੍ਹਾਂ ਇਹ ਤਰੀਕਾ ਅਪਣਾਇਆ। ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਹ ਰੋ ਰੋ ਕੇ ਆਪਣੇ ਹੰਝੂ ਵਹਾ ਵਹਾ ਕੇ ਇਹ ਪ੍ਰਾਰਥਨਾ ਕਰਦੀ ਰਹੀ ਕਿ ਪ੍ਰਭੂ ਜੀ ਮੇਰੇ ਉੱਤੇ ਦਇਆ ਕਰੋ, ਤੇ ਪ੍ਰਭੂ ਨੇ ਉਸ ਉੱਤੇ ਦਇਆ ਕੀਤੀ। ਅੱਜ ਅਸੀਂ ਵੀ ਉਸ ਔਰਤ ਦੇ ਵਾਂਗ ਰੋ ਰੋ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਆ ਕੇ ਪ੍ਰਾਰਥਨਾ ਕਰਨੀ ਹੈ। ਇਹ ਸਾਡੇ ਕੋਲ ਰੋਜ਼ਿਆਂ ਦਾ ਇਹ ਜੋ ਸਮਾਂ ਹੈ, ਇਸੇ ਲਈ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਕੇ ਪ੍ਰਭੂ ਦੇ ਨਜ਼ਦੀਕ ਆ ਜਾਈਏ। ਆਓ ਹੁਣ ਅਸੀਂ ਦੂਜੇ ਪਾਠ ਦੇ ਉੱਤੇ ਧਿਆਨ ਕਰੀਏ ਜੋ ਸੰਤ ਪੌਲੁਸ ਦੁਆਰਾ ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਲਿਖਿਆ ਗਿਆ ਹੈ, ਜਿੱਥੇ ਸੰਤ ਪੌਲੁਸ ਅੱਜ ਸਾਨੂੰ ਇਹ ਤਾਕੀਦ ਕਰਦਾ ਹੈ ਕਿ ਅਸੀਂ ਖੁਦਾ ਦੇ ਫਜ਼ਲ ਦੇ ਵਿੱਚ ਅੱਗੇ ਵਧੀਏ। ਜੋ ਖੁਦਾ ਨੇ ਸਾਨੂੰ ਫਜ਼ਲ ਦਿੱਤਾ ਹੈ, ਅਸੀਂ ਉਸ ਫਜ਼ਲ ਦੇ ਵਿੱਚ ਵਧਦੇ ਹੋਏ, ਆਪਣੀਆਂ ਮਾੜੀਆਂ ਆਦਤਾਂ ਨੂੰ ਤਿਆਗਦੇ ਹੋਏ ਉਹਦੇ ਕੋਲ ਆ ਜਾਈਏ। ਹਾਂ ਪਿਆਰਿਓ, ਨਾਲ ਹੀ ਨਾਲ ਉਹ ਅੱਗੇ ਕਹਿੰਦਾ ਹੈ ਕਿ ਇਹ ਮਨ ਭਾਉਣ ਦਾ ਸਮਾਂ ਹੈ, ਇਹ ਪ੍ਰਭੂ ਦਾ ਉਹ ਸਮਾਂ ਹੈ ਜਦੋਂ ਉਹ ਸਾਨੂੰ ਸੱਦਾ ਦੇ ਰਿਹਾ ਹੈ। ਕਾਹਦੇ ਵਾਸਤੇ ਸੱਦਾ ਦੇ ਰਿਹਾ ਹੈ? ਪਛਤਾਵਾ ਕਰਨ ਦੇ ਲਈ, ਪ੍ਰਭੂ ਦੇ ਰਸਤੇ ਦੇ ਉੱਤੇ ਚੱਲਣ ਦੇ ਲਈ ਉਹ ਸਾਨੂੰ ਸੱਦਾ ਦੇ ਰਿਹਾ ਹੈ। ਤੇ ਸੰਤ ਪੌਲੁਸ ਅੱਜ ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹੈ ਕਿ ਅਸੀਂ ਖੁਦਾ ਦੇ ਫਜ਼ਲ ਦੇ ਵਿੱਚ ਅੱਗੇ ਵਧੀਏ। ਤੇ ਖੁਦਾ ਦੇ ਫਜ਼ਲ ਵਿੱਚ ਕਿਸ ਤਰ੍ਹਾਂ ਅੱਗੇ ਵਧਿਆ ਜਾ ਸਕਦਾ ਹੈ? ਆਪਣੇ ਗੁਨਾਹਾਂ ਤੋਂ ਮੂੰਹ ਮੋੜਨ ਦੇ ਦੁਆਰਾ, ਪਛਤਾਵਾ ਕਰਨ ਦੇ ਦੁਆਰਾ, ਆਪਣੀ ਜ਼ਿੰਦਗੀ ਨੂੰ ਬਦਲਣ ਦੇ ਦੁਆਰਾ, ਜ਼ਿੰਦਗੀ ਨੂੰ ਬਦਲ ਕੇ ਯਿਸੂ ਦੇ ਵਾਂਗ ਬਣਨ ਦੁਆਰਾ ਹੀ ਅਸੀਂ ਖੁਦਾ ਦੇ ਫਜ਼ਲ ਵਿੱਚ ਅੱਗੇ ਵਧ ਸਕਦੇ ਹਾਂ। ਹਾਂ ਪਿਆਰਿਓ, ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਸਾਨੂੰ ਕੁਝ ਤਰੀਕੇ ਵੀ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਖੁਦਾ ਦੇ ਫਜ਼ਲ ਦੇ ਵਿੱਚ ਅੱਗੇ ਵਧ ਸਕਦੇ ਹਾਂ। ਇਹ ਰੋਜ਼ਿਆਂ ਦਾ ਪੂਰਾ ਸਮਾਂ ਹੈ, ਸਾਡੇ ਕੋਲ 40 ਦਿਨਾਂ ਦਾ ਸਮਾਂ ਹੈ ਜਦੋਂ ਅਸੀਂ ਖੁਦਾ ਦੇ ਫਜ਼ਲ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਸਕਦੇ ਹਾਂ, ਪੂਰੀ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਤੇ ਉਹ ਤਰੀਕੇ ਕਿਹੜੇ-ਕਿਹੜੇ ਹਨ ਪ੍ਰਭੂ ਸਾਨੂੰ ਅੱਜ ਦੱਸਦਾ ਹੈ। ਮੱਤੀ ਦੀ ਅੰਜੀਲ ਦੇ ਵਿੱਚ ਪ੍ਰਭੂ ਅੱਜ ਸਾਨੂੰ ਦੱਸਦਾ ਹੈ ਕਿ ਤੁਸੀਂ ਜਦੋਂ ਕੋਈ ਭਲਾ ਕੰਮ ਕਰਦੇ ਹੋ ਤਾਂ ਉਹ ਚੁੱਪ ਚਪੀਤੇ ਕਰੋ। ਕਹਿਣ ਤੋਂ ਭਾਵ ਹੈ ਕਿ ਕੋਈ ਵੀ ਜੇਕਰ ਤੁਸੀਂ ਪੁੰਨਦਾਨ ਕਰਦੇ ਹੋ, ਕਿਸੇ ਦੀ ਮਦਦ ਕਰਦੇ ਹੋ, ਮਾਲੀ ਤੌਰ ਤੇ ਕਿਸੇ ਦੀ ਸਹਾਇਤਾ ਕਰਦੇ ਹੋ, ਤੇ ਉਹਦਾ ਜਾ ਕੇ ਢੰਡੋਰਾ ਨਾ ਪਿਟਵਾਓ। ਰੋਜ਼ਿਆਂ ਦਾ ਸਮਾਂ ਹੈ ਜਦੋਂ ਸਾਨੂੰ ਕਲੀਸਿਆ ਇਹ ਸੱਦਾ ਦਿੰਦੀ ਹੈ, ਪ੍ਰਭੂ ਯਿਸੂ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਲੋੜਵੰਦਾਂ ਦੀ ਮਦਦ ਕਰੀਏ, ਲੋੜਵੰਦਾਂ ਦੀ ਸਹਾਇਤਾ ਕਰੀਏ। ਬਹੁਤ ਸਾਰੇ ਲੋਕ ਹਨ ਜੋ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਕਾਫੀ ਸਰਫਾ ਕਰਦੇ ਹਨ, ਪੁੰਨਦਾਨ ਕਰਦੇ ਹਨ, ਜੋ ਚੁੱਪ ਚਪੀਤੇ ਕਰਦੇ ਹਨ। ਕੁਝ ਲੋਕ ਹਨ ਜੋ ਚੁੱਪ ਚਪੀਤੇ ਕਰਦੇ ਹਨ, ਲੇਕਿਨ ਕਈ ਲੋਕ ਅਜਿਹੇ ਵੀ ਹਨ ਜੋ ਆਪਣੇ ਨਾਂ ਦੀ ਅਨਾਉਂਸਮੈਂਟ ਕਰਾਉਂਦੇ ਹਨ, ਢੰਡੋਰਾ ਪਿਟਵਾਉਂਦੇ ਹਨ,
ਲੋਕਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਹਨ ਕਿ ਮੈਂ ਭਲਾ ਕੰਮ ਕੀਤਾ ਹੈ। ਪਿਆਰਿਓ, ਅਜਿਹਾ ਕਰਨ ਦੇ ਦੁਆਰਾ ਸਾਡਾ ਜਿਹੜਾ ਇਨਾਮ ਹੈ ਉਹ ਸਾਨੂੰ ਮਿਲ ਚੁੱਕਿਆ ਹੈ। ਸਾਡੀ ਵਾਹ-ਵਾਹ ਹੋ ਗਈ ਹੈ, ਇੱਥੇ ਸ਼ਾਬਾਸ਼ੀ ਮਿਲ ਗਈ ਹੈ, ਇਨਾਮ ਮਿਲ ਗਿਆ ਹੈ ਸਾਨੂੰ। ਲੇਕਿਨ ਜੇਕਰ ਅਸੀਂ ਸਹੀ ਅਰਥਾਂ ਦੇ ਵਿੱਚ ਪ੍ਰਭੂ ਦੇ ਕੋਲੋਂ ਇਨਾਮ ਲੈਣਾ ਹੈ ਤਾਂ ਫਿਰ ਇਹ ਜਿਹੜੇ ਕੰਮ ਹਨ ਦਾਨ ਪੁੰਨ ਵਾਲੇ, ਉਹ ਅਸੀਂ ਚੁੱਪ ਚਪੀਤੇ ਬਿਨਾਂ ਕਿਸੇ ਨੂੰ ਦੱਸੇ ਹੋਏ ਉਹ ਕੰਮ ਕਰੀਏ। ਤੇ ਪ੍ਰਭੂ ਕਹਿੰਦਾ ਹੈ ਕਿ ਜਦੋਂ ਤੇਰਾ ਸੱਜਾ ਹੱਥ ਦਾਨ ਕਰਦਾ ਹੈ ਤਾਂ ਇਸ ਦਾ ਪਤਾ ਤੇਰੇ ਖੱਬੇ ਹੱਥ ਨੂੰ ਵੀ ਨਾ ਲੱਗੇ। ਇੰਨਾ ਸੀਕ੍ਰੇਟ ਅਸੀਂ ਰੱਖਣਾ ਹੈ ਕਿ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ। ਇਹ ਰੋਜ਼ਿਆਂ ਦੇ ਸਮੇਂ ਦੇ ਵਿੱਚ ਪਹਿਲੀ ਗੱਲ ਹੈ ਕਿ ਅਸੀਂ ਦਾਨ ਪੁੰਨ ਕਰਨ ਦਾ ਫੈਸਲਾ ਵੀ ਕਰੀਏ, ਅਤੇ ਨਾਲੇ ਜਦੋਂ ਅਸੀਂ ਦਾਨ ਪੁੰਨ ਕਰਨਾ ਹੈ ਤੇ ਉਹ ਅਸੀਂ ਚੁੱਪ ਚਪੀਤੇ ਕਰੀਏ। ਇੱਕ ਹੋਰ ਹਦਾਇਤ ਪ੍ਰਭੂ ਯਿਸੂ ਸਾਨੂੰ ਇੱਥੇ ਦੱਸਦਾ ਹੈ, ਕਹਿੰਦਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਵੀ ਕਰਦੇ ਹੋ ਤੇ ਪਖੰਡੀਆਂ ਵਾਂਗੂ ਨਾ ਕਰੋ, ਫੱਕੀਆਂ ਫਰੀਸੀਆਂ ਵਾਂਗੂ ਨਾ ਕਰੋ, ਜਿਹੜੇ ਕਿ ਗਲੀਆਂ ਕੂਚੀਆਂ ਦੇ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ, ਉੱਚੀ ਉੱਚੀ ਪ੍ਰਾਰਥਨਾ ਕਰਨੀ ਪਸੰਦ ਕਰਦੇ, ਰੌਲਾ ਪਾ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਪ੍ਰਾਰਥਨਾ ਕਰ ਰਹੇ ਹਨ, ਦਿਖਾਵਾ ਕਰਦੇ ਨੇ। ਲੇਕਿਨ ਪ੍ਰਭੂ ਕਹਿੰਦਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਨੀ ਹੈ, ਸ਼ਾਂਤ ਗੁਪਤ ਵਿੱਚ ਪ੍ਰਾਰਥਨਾ ਕਰੋ, ਤਾਂ ਕਿ ਜਿਹੜਾ ਤੁਹਾਡਾ ਸਵਰਗੀ ਬਾਪ ਜੋ ਦਿਲਾਂ ਨੂੰ, ਸਾਡੇ ਇਰਾਦਿਆਂ ਨੂੰ ਜਾਣਦਾ ਹੈ, ਉਹ ਤੁਹਾਨੂੰ ਗੁਪਤ ਵਿੱਚ ਉਸ ਪ੍ਰਾਰਥਨਾ ਦਾ ਜਵਾਬ ਦੇਵੇਗਾ। ਕੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ? ਇਸ ਵਾਰੀ ਕੋਸ਼ਿਸ਼ ਕਰੋ, ਸ਼ਾਂਤ ਰਹਿ ਕੇ ਜ਼ਿਆਦਾ ਸਮਾਂ ਪ੍ਰਭੂ ਦੇ ਵਚਨ ਉੱਤੇ ਮਨਨ ਕਰਦੇ ਹੋਏ ਸ਼ਾਂਤ ਰਹਿ ਕੇ ਪ੍ਰਾਰਥਨਾ ਕਰੋ। ਪ੍ਰਭੂ ਦੇ ਨਾਲ ਤੁਹਾਡੀ ਸਿੱਧੀ ਗੱਲਬਾਤ ਹੋਵੇ। ਜੋ ਵੀ ਗੱਲਾਂ ਕਰਨੀਆਂ ਨੇ, ਜੋ ਵੀ ਤੁਹਾਡੀਆਂ ਮੁਸ਼ਕਲਾਂ ਨੇ, ਪਰੇਸ਼ਾਨੀਆਂ ਨੇ, ਜੋ ਵੀ ਆਦਤਾਂ ਨੇ ਤੁਹਾਡੇ ਵਿੱਚ ਮਾੜੀਆਂ, ਉਹਨਾਂ ਨੂੰ ਪ੍ਰਭੂ ਦੇ ਨਾਲ ਸਾਂਝਿਆ ਕਰੋ। ਪ੍ਰਭੂ ਤੁਹਾਨੂੰ ਆਪ ਫਜ਼ਲ ਦੇਵੇਗਾ। ਜਿਸ ਤਰ੍ਹਾਂ ਸੰਤ ਪੌਲੁਸ ਕਹਿੰਦਾ ਹੈ ਕਿ ਪ੍ਰਭੂ ਦਾ ਫਜ਼ਲ, ਉਹਦੇ ਵਿੱਚ ਅਸੀਂ ਅੱਗੇ ਵਧਣਾ ਹੈ। ਤੇ ਉਹਦੇ ਵਿੱਚ ਕਿਸ ਤਰ੍ਹਾਂ ਵੱਧ ਸਕਦੇ ਹਾਂ? ਦਾਨ ਪੁੰਨ ਕਰਨ ਦੇ ਦੁਆਰਾ ਤੇ ਪ੍ਰਾਰਥਨਾ ਕਰਨ ਦੇ ਦੁਆਰਾ। ਤੇ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਹੈ? ਸ਼ਾਂਤ ਰਹਿ ਕੇ, ਗੁਪਤ ਤੌਰ ਤੇ। ਜ਼ਿਆਦਾ ਤੋਂ ਜ਼ਿਆਦਾ ਸਮਾਂ ਕੰਮ ਤੇ ਗਏ ਹੋ, ਉੱਥੇ ਵੀ ਤੁਸੀਂ ਪ੍ਰਾਰਥਨਾ ਦੇ ਵਿੱਚ ਰਹੋ। ਕਿਸੇ ਨੂੰ ਮਿਲਣ ਦੇ ਲਈ ਗਏ ਹੋ, ਪ੍ਰਾਰਥਨਾ ਦੇ ਮਾਹੌਲ ਵਿੱਚ ਰਹੋ। ਕਿਸੇ ਬਿਮਾਰ ਨੂੰ ਮਿਲਣ ਦੇ ਲਈ ਗਏ ਹੋ ਤੇ ਉੱਥੇ ਵੀ ਆਪਣਾ ਜਿਹੜਾ ਮਾਹੌਲ ਹੈ ਇੱਕ ਪ੍ਰਾਰਥਨਾ ਵਾਲਾ ਰੱਖੋ। ਪ੍ਰਾਰਥਨਾ ਕਰਦੇ ਰਹੋ, ਸਫ਼ਰ ਦੇ ਵਿੱਚ ਪ੍ਰਾਰਥਨਾ ਕਰਦੇ ਰਹੋ। ਤੇ ਤੁਹਾਨੂੰ ਕਦੇ ਵੀ ਇਹ ਫੀਲ ਨਹੀਂ ਹੋਵੇਗਾ ਕਿ ਮੈਂ ਪ੍ਰਾਰਥਨਾ ਨਹੀਂ ਕੀਤੀ ਹੈ। ਹਮੇਸ਼ਾ ਤੁਹਾਨੂੰ ਲੱਗੇਗਾ ਕਿ ਮੇਰਾ ਜੀਵਨ ਪ੍ਰਾਰਥਨਾ ਵਿੱਚ ਹੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਮੈਂ ਕੰਮ ਕੀਤੇ ਹਨ, ਮੈਂ ਪ੍ਰਾਰਥਨਾ ਵਿੱਚ ਰਹਿ ਕੇ ਕੀਤੇ ਹਨ। ਖੁਦਾ ਤੁਹਾਨੂੰ ਬਰਕਤ ਦੇਵੇਗਾ। ਢਿੰਡੋਰਾ ਪਿਟਵਾਉਣ ਦੀ ਲੋੜ ਨਹੀਂ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਪ੍ਰਾਰਥਨਾ ਕੀਤੀ ਹੈ। ਪ੍ਰਭੂ ਜੋ ਸਾਡੇ ਇਰਾਦਿਆਂ ਨੂੰ ਜਾਣਦਾ ਹੈ, ਸਾਨੂੰ ਬਰਕਤ ਦੇਵੇਗਾ। ਮੈਂ ਆਮ ਕਰਕੇ ਜਦੋਂ ਵੀ ਪ੍ਰਚਾਰ ਕਰਦਾ ਹਾਂ ਪ੍ਰਾਰਥਨਾ ਦੇ ਬਾਰੇ, ਤਾਂ ਮੈਂ ਇੱਕ ਸਲਾਹ ਦਿੰਦਾ ਹੁੰਦਾ ਕਿ ਜਦੋਂ ਅਸੀਂ ਸਫ਼ਰ ਕਰਦੇ ਹਾਂ, ਕਿੰਨੇ ਲੋਕਾਂ ਨੂੰ ਅਸੀਂ ਮਿਲਦੇ ਹਾਂ, ਕਿੰਨੇ ਲੋਕਾਂ ਨੂੰ ਅਸੀਂ ਵੇਖਦੇ ਹਾਂ, ਕਦੀ ਅਸੀਂ ਉਹਨਾਂ ਦੇ ਲਈ ਦੁਆ ਕੀਤੀ ਹੈ? ਅੱਜ ਹੀ ਤੁਸੀਂ ਦੇਖੋ, ਅੱਜ ਸਵੇਰੇ ਜਦੋਂ ਤੁਸੀਂ ਚਰਚ ਵਿੱਚ ਆ ਰਹੇ ਸੀ, ਕਿੰਨੇ ਲੋਕਾਂ ਨੂੰ ਤੁਸੀਂ ਦੇਖਿਆ? ਕਿੰਨਿਆਂ ਨੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਤੁਸੀਂ ਦੇਖਿਆ ਦੁਆ ਕੀਤੀ? ਦਿਲ ਦੇ ਵਿੱਚ ਇੱਕ ਛੋਟੀ ਜੀ ਦੁਆ ਜਿਸ ਵਿਅਕਤੀ ਨੂੰ ਤੁਸੀਂ ਦੇਖਿਆ ਉਹਦੇ ਲਈ ਕੀਤੀ ਹੈ? ਇਸ ਤਰ੍ਹਾਂ ਜਦੋਂ ਅਸੀਂ ਗੁਪਤ ਵਿੱਚ ਦੁਆ ਕਰਾਂਗੇ, ਉਹ ਬੰਦੇ ਨੂੰ ਵੀ ਨਹੀਂ ਪਤਾ ਹੈ, ਸਿਰਫ ਤੁਹਾਨੂੰ ਪਤਾ ਹੈ ਤੇ ਖੁਦਾ ਨੂੰ ਪਤਾ ਹੈ। ਉਹ ਖੁਦਾ ਤੁਹਾਡੇ ਇਸ ਕੀਤੇ ਹੋਏ ਕੰਮ ਦਾ, ਇਸ ਕੀਤੀ ਹੋਈ ਪ੍ਰਾਰਥਨਾ ਦਾ ਤੁਹਾਨੂੰ ਫਲ ਦੇਵੇਗਾ। ਗੁਪਤ ਦੇ ਵਿੱਚ ਅਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਰਹੀਏ, ਸਾਡਾ ਉੱਠਣਾ ਬੈਠਣਾ, ਚੱਲਣਾ ਫਿਰਨਾ ਪ੍ਰਾਰਥਨਾ ਬਣ ਜਾਵੇ। ਤੇ ਰੋਜ਼ਿਆਂ ਦਾ ਇਹ ਸਮਾਂ ਹੈ ਜਦੋਂ ਅਸੀਂ ਪ੍ਰਭੂ ਦੇ ਦੁੱਖ ਭੋਗ ਦੇ ਉੱਤੇ ਮਨਨ ਕਰਨਾ ਹੈ, ਤੇ ਸਾਡਾ ਹਰ ਸਮੇਂ ਜੋ ਮਾਹੌਲ ਹੈ ਉਹ ਪ੍ਰਾਰਥਨਾ ਵਾਲਾ ਹੋਵੇ ਕਿ ਮੇਰਾ ਮਸੀਹਾ ਦੁੱਖ ਸਹਿ ਰਿਹਾ ਹੈ ਤੇ ਮੈਂ ਹੁਣ ਖੁਸ਼ੀ ਨਹੀਂ ਮਨਾਉਣੀ ਹੈ, ਮੈਂ ਹੁਣ ਭੰਗੜੇ ਨਹੀਂ ਪਾਉਣੇ ਹੈ, ਮੈਂ ਕੋਈ ਡਿਸਕੋ ਡਾਂਸ ਵਾਲੇ ਕੋਈ ਗਾਣੇ ਨਹੀਂ ਗਾਉਣੇ ਜਾਂ ਡਾਂਸ ਨਹੀਂ ਕਰਨੇ ਹੈਗੇ ਉਹ ਗਾਣਿਆਂ ਦੇ ਉੱਤੇ। ਸਗੋਂ ਜ਼ਬੂਰਾਂ ਨੂੰ ਅਸੀਂ ਸੁਣੀਏ, ਜ਼ਬੂਰਾਂ ਦੇ ਉੱਤੇ ਮਨਨ ਕਰੀਏ। ਇਹ ਸਾਰੇ ਜਦੋਂ ਅਸੀਂ ਕੰਮ ਕਰਾਂਗੇ ਤਾਂ ਫਿਰ ਅਸੀਂ ਅਸਲੀ ਰੋਜ਼ਿਆਂ ਦੇ ਵਿੱਚ ਹਿੱਸੇਦਾਰ ਹਾਂ, ਭਾਗੀਦਾਰ ਹਾਂ।
ਅਤੇ ਉਹਦਾ ਫਲ ਫੇਰ ਸਾਨੂੰ ਮਿਲਣਾ ਹੈ। ਹਾਂ ਪਿਆਰਿਓ, ਤੀਸਰੀ ਗੱਲ ਜੋ ਪ੍ਰਭੂ ਯੀਸ਼ੂ ਅੱਜ ਇੱਥੇ ਸਾਨੂੰ ਸਮਝਾਉਂਦਾ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਰੋਜ਼ਾ ਰੱਖਣਾ ਹੈ ਉਹ ਕਿਸ ਤਰ੍ਹਾਂ ਰੱਖਣਾ ਹੈ। ਪ੍ਰਭੂ ਕਹਿੰਦਾ ਹੈ ਕਿ ਸਵੇਰੇ ਉੱਠੋ, ਨਹਾ ਧੋ ਕੇ ਮੂੰਹ ਤੇ ਤੇਲ ਤੂਲ ਲਾਓ, ਵਾਲ ਵੂਲ ਚੰਗੀ ਤਰ੍ਹਾਂ ਬਣਾਓ। ਇਹ ਨਹੀਂ ਹੈ ਕਿ ਮੂੰਹ ਢਿੱਲਾ ਜਿਹਾ ਬਣਾ ਲੈਣਾ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਹਾਂਜੀ ਅੱਜ ਰੋਜ਼ਾ ਰੱਖਿਆ ਇਹਨੇ। ਜਦੋਂ ਕੋਈ ਪੁੱਛਦਾ ਵੀ ਹੈ ਤਾਂ ਕਹਿੰਦੇ ਹਾਂ ਨਹੀਂ ਮੈਂ ਨਹੀਂ ਚਾਹ ਪੀਣੀ, ਮੈਂ ਰੋਜ਼ਾ ਰੱਖਿਆ ਹੋਇਆ ਹੈ। ਮਤਲਬ ਕਿ ਸਾਰਿਆਂ ਨੂੰ ਦੱਸਣਾ ਕਿ ਅੱਜ ਮੈਂ ਰੋਜ਼ਾ ਰੱਖਿਆ ਹੈ। ਅਸੀਂ ਇਸ ਤਰ੍ਹਾਂ ਪੇਸ਼ ਆਉਣਾ ਹੈ ਕਿ ਕਿਸੇ ਨੂੰ ਵੀ ਪਤਾ ਨਾ ਲੱਗੇ ਕਿ ਅੱਜ ਅਸੀਂ ਰੋਜ਼ਾ ਰੱਖਿਆ। ਅਸੀਂ ਕੀ ਕਰ ਰਹੇ ਹਾਂ, ਕਿ ਮੈਂ ਦੁਆ ਕਰ ਰਿਹਾ ਵਾਂ, ਗੁਪਤ ਦੇ ਵਿੱਚ ਸਾਰੇ ਕੰਮ ਕਰੀਏ। ਹਾਂ ਪਿਆਰਿਓ, ਇਹੋ ਹੀ ਤਰੀਕੇ ਹਨ ਜਿਨ੍ਹਾਂ ਦੇ ਦੁਆਰਾ ਅਸੀਂ ਖੁਦਾ ਦੇ ਫਜ਼ਲ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਤੇ ਆਓ ਅੱਜ ਅਸੀਂ ਫੈਸਲਾ ਕਰੀਏ ਕਿ ਅੱਜ ਰੋਜ਼ਿਆਂ ਦਾ ਸਮਾਂ ਸ਼ੁਰੂ ਹੋ ਰਿਹਾ ਹੈ। ਅੱਜ ਤੋਂ ਮੈਂ ਹਰ ਇੱਕ ਕੰਮ ਸਮੇਂ ਸਿਰ ਕਰਾਂਗਾ। ਪਹਿਲੀ ਗੱਲ ਹੈ ਕਿ ਮੈਂ ਸਵੇਰੇ ਸਮੇਂ ਸਿਰ ਉੱਠਾਂਗਾ, ਸੁਸਤ ਨਹੀਂ ਬਣਾਂਗਾ। ਮੈਂ ਸਵੇਰੇ ਉੱਠ ਕੇ ਮੈਂ ਕਲਾਮ ਪੜਾਂਗਾ, ਮੈਂ ਦੁਆ ਦੇ ਵਿੱਚ ਸਮਾਂ ਬਿਤਾਵਾਂਗਾ, ਆਪਣੇ ਜੀਆਂ ਨੂੰ ਵੀ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਨਾ ਦੇਵਾਂਗਾ। ਦੇਖੋ, ਇੱਕ ਛੋਟਾ ਜਿਹਾ ਕੰਮ ਹੈ ਰੋਜ਼ਿਆਂ ਦੇ ਵਿੱਚ, ਇਹ ਫੈਸਲਾ ਅਸੀਂ ਕਰੀਏ। ਦੂਜਾ ਕੰਮ ਹੈ ਕਿ ਮੈਂ ਜੋ ਆਪਣਾ ਕੰਮ ਹੈ, ਜਿੱਥੇ ਵੀ ਮੈਂ ਡਿਊਟੀ ਕਰ ਰਿਹਾ ਹਾਂ, ਮੈਂ ਉਹ ਕੰਮ ਨੂੰ ਬੜੀ ਇਮਾਨਦਾਰੀ ਦੇ ਨਾਲ ਕਰਾਂਗਾ, ਵਫਾਦਾਰੀ ਦੇ ਨਾਲ ਕਰਾਂਗਾ। ਮੈਂ ਕੋਈ ਹੇਰਾ ਫੇਰੀ ਨਹੀਂ ਕਰਾਂਗਾ, ਚਾਹੇ ਉਹ ਸਮੇਂ ਦੇ ਵਿੱਚ ਹੈ, ਚਾਹੇ ਉਹ ਪੈਸੇ ਧੇਲੇ ਦੇ ਵਿੱਚ ਹੈ। ਮੈਂ ਸਾਰੇ ਕੰਮ ਇਮਾਨਦਾਰੀ ਦੇ ਨਾਲ ਕਰਾਂਗਾ। ਰੋਜ਼ਿਆਂ ਦੇ ਸਮੇਂ ਦੇ ਵਿੱਚ ਮੈਂ ਆਪਣੇ ਬੱਚਿਆਂ ਨੂੰ ਚੰਗੇ ਕੰਮ ਕਰਨ ਦੇ ਲਈ ਪ੍ਰੇਰਨਾ ਦੇਵਾਂਗਾ। ਉਹਨਾਂ ਦੇ ਲਈ ਮੈਂ ਖੁਦ ਉਦਾਹਰਨ ਬਣ ਜਾਵਾਂਗਾ। ਮੈਂ ਉਹਨਾਂ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਾਂਗਾ। ਮੈਂ ਉਹਨਾਂ ਨੂੰ ਚੰਗੇ ਕੰਮ ਕਰਨ ਦੇ ਲਈ ਖੁਦ ਪ੍ਰੇਰਨਾ ਦੇਵਾਂਗਾ। ਦੇਖੋ, ਇਹੋ ਜਿਹੇ ਜਦੋਂ ਛੋਟੇ ਛੋਟੇ ਕੰਮ ਅਸੀਂ ਕਰ ਲਵਾਂਗੇ ਰੋਜ਼ਿਆਂ ਦੇ ਸਮੇਂ ਦੇ ਵਿੱਚ, ਤੇ ਪਿਆਰਿਓ, ਪ੍ਰਭੂ ਸਾਨੂੰ ਜ਼ਰੂਰ ਬਰਕਤ ਦੇਵੇਗਾ। ਮੰਨ ਲਓ ਕਿ ਤੁਸੀਂ ਗਿਰਜੇ ਸਮੇਂ ਸਿਰ ਨਹੀਂ ਜਾਂਦੇ ਹੋ, ਫੈਸਲਾ ਕਰੋ ਕਿ ਐਤਕੀ ਇਹਨਾਂ ਰੋਜ਼ਿਆਂ ਦੇ ਸਮੇਂ ਦੇ ਵਿੱਚ ਮੈਂ ਰੋਜ਼ਰੀ ਦੇ ਟਾਈਮ ਗਿਰਜੇ ਵਿੱਚ ਜਾਵਾਂਗਾ। ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਮੈਂ ਪੂਰੀ ਤੌਰ ਤੇ ਹਿੱਸਾ ਲਵਾਂਗਾ। ਇਹੋ ਜਿਹੇ ਉਪਰਾਲੇ ਨੇ ਜਿਹਦੇ ਦੁਆਰਾ ਅਸੀਂ ਖੁਦਾ ਦੇ ਨਜ਼ਦੀਕ ਆ ਸਕਦੇ ਹਾਂ। ਇਹੋ ਜਿਹੇ ਉਪਰਾਲੇ ਹਨ ਜਿਹਦੇ ਦੁਆਰਾ ਖੁਦਾ ਸਾਨੂੰ ਬਰਕਤ ਦੇ ਸਕਦਾ ਹੈ, ਸਾਡੇ ਪਰਿਵਾਰ ਨੂੰ ਹੋਰ ਜ਼ਿਆਦਾ ਆਸ਼ੀਸ਼ਿਤ ਕਰ ਸਕਦਾ ਹੈ। ਕੀ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ ਕਿ ਨਹੀਂ? ਅੱਜ ਪ੍ਰਭੂ ਸਾਨੂੰ ਸੱਦਾ ਦੇ ਰਿਹਾ ਹੈ, ਸੱਦਾ ਦੇ ਰਿਹਾ ਹੈ ਕਿ ਅਸੀਂ ਖੁਦਾ ਦੇ ਇਸ ਫਜ਼ਲ ਦੇ ਵਿੱਚ ਅੱਗੇ ਵਧੀਏ, ਸਬਰ ਰੱਖੀਏ, ਸਬਰ ਸੰਤੋਖ ਉਹਦੇ ਵਿੱਚ ਵਧੀਏ। ਸਾਡੇ ਵਿੱਚ ਕਾਲਾਪਨ ਨਾ ਹੋਵੇ, ਕਾਲੀ ਕਾਲੀ ਕੰਮ ਨਾ ਕਰੀਏ, ਸਗੋਂ ਸਬਰ ਸੰਤੋਖ ਦੇ ਨਾਲ ਹਰ ਇੱਕ ਕੰਮ ਪ੍ਰਾਰਥਨਾ ਦੇ ਵਿੱਚ ਰਹਿੰਦੇ ਹੋਏ ਕਰੀਏ। ਤੇ ਪਿਆਰਿਓ, ਨਾਲ ਹੀ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਰੋਜ਼ਿਆਂ ਦੇ ਸਮੇਂ ਦੇ ਵਿੱਚ ਯੀਸ਼ੂ ਦੇ ਦੁੱਖਾਂ ਦੇ ਨਾਲ ਜੋੜ ਦਈਏ। ਜਿਸ ਤਰ੍ਹਾਂ ਪ੍ਰਭੂ ਨੇ ਦੁੱਖ ਸਹੇ, ਮੈਂ ਵੀ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਬਿਮਾਰੀਆਂ ਨੂੰ ਮੈਂ ਬਰਦਾਸ਼ਤ ਕਰਾਂਗਾ। ਮੇਰੇ ਜੀਵਨ ਦੇ ਵਿੱਚ ਜੋ ਤਕਲੀਫਾਂ ਨੇ, ਦੁੱਖ ਦਰਦਾਂ ਨੇ, ਗੋਡਿਆਂ ਦੀ ਦਰਦ ਹੈ, ਕਿਸੇ ਵੀ ਤਰ੍ਹਾਂ ਦੀ ਸਰੀਰਕ ਦੁੱਖ ਤਕਲੀਫ ਹੈ, ਮੈਂ ਉਸ ਨੂੰ ਸਬਰ ਦੇ ਨਾਲ ਸਹਿਣ ਕਰਾਂਗਾ। ਜਿਸ ਤਰ੍ਹਾਂ ਪੁਰਾਣੇ ਅਹਿਦਨਾਮੇ ਵਿੱਚ ਅਯੂਬ ਨਬੀ ਨੇ ਆਪਣੇ ਦੁੱਖਾਂ ਨੂੰ ਸਬਰ ਦੇ ਨਾਲ ਸਹਿ ਲਿਆ ਅਤੇ ਖੁਦਾ ਨੇ ਉਸ ਨੂੰ 7 ਗੁਣਾ ਜ਼ਿਆਦਾ ਉਸ ਨੂੰ ਬਰਕਤ ਦਿੱਤੀ। ਅਸੀਂ ਵੀ ਆਪਣੇ ਦੁੱਖਾਂ ਨੂੰ ਯੀਸ਼ੂ ਦੇ ਦੁੱਖਾਂ ਦੇ ਨਾਲ ਜੋੜੀਏ। ਫਿਰ ਦੇਖਿਓ, ਤੁਹਾਡੀ ਜੋ ਦੁੱਖ ਤਕਲੀਫ ਹੈ ਤੁਹਾਡੇ ਲਈ ਇੱਕ ਬਰਕਤ ਦਾ ਵਸੀਲਾ ਬਣ ਜਾਵੇਗੀ। ਸ਼ੁਰੂਆਤ ਹੈ ਅੱਜ ਫੈਸਲਾ ਕਰ ਲਈਏ ਕਿ ਅਸੀਂ ਇਹ ਸਾਰੇ ਛੋਟੇ-ਛੋਟੇ ਕੰਮ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਪ੍ਰਭੂ ਨੂੰ ਪਿਆਰ ਕਰਦੇ ਹੋਏ ਅਸੀਂ ਇਹ ਸਾਰੇ ਕੰਮ ਕਰਾਂਗੇ। ਫਿਰ ਤੁਸੀਂ ਦੇਖਿਓ, ਜਦੋਂ ਤੁਸੀਂ ਪਾਸਕਾ ਦਾ ਤਿਉਹਾਰ ਮਨਾਉਣਾ ਹੈ, ਤੁਹਾਨੂੰ ਪਤਾ ਲੱਗ ਜਾਏਗਾ ਮੇਰਾ ਜਿਹੜਾ ਇਹ ਰੋਜ਼ਿਆਂ ਦਾ ਪੂਰਾ ਸਫ਼ਰ ਸੀਗਾ, 40 ਦਿਨਾਂ ਦਾ ਜੋ ਸਫ਼ਰ ਸੀਗਾ, ਇੱਕ ਬਹੁਤ ਹੀ ਫਜ਼ਲਾਂ ਨਾਲ ਭਰਪੂਰ ਸਮਾਂ ਰਿਹਾ ਹੈ। ਆਓ ਅਸੀਂ ਇਸ ਸਮੇਂ ਨੂੰ ਖੁਦਾ ਦੇ ਫਜ਼ਲਾਂ ਦੇ ਨਾਲ ਭਰਪੂਰ ਬਣਾਈਏ ਅਤੇ ਨਾਲ ਹੀ ਨਾਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ, 3 ਤਰੀਕਿਆਂ ਦੇ ਨਾਲ ਪ੍ਰਭੂ ਦੇ ਵੱਲ ਮੁੜ ਆਈਏ।
ਰੋਜ਼ਾ ਰੱਖਦੇ ਹੋਏ, ਰੋਂਦੇ ਹੋਏ, ਵਹਿਣ ਪਾਉਂਦੇ ਹੋਏ, ਤੇ ਫਿਰ ਨਾਲ ਹੀ ਨਾਲ ਅਸੀਂ ਆਪਣੇ, ਜਿਸ ਤਰ੍ਹਾਂ ਜੋਇਲ ਨਬੀ ਸਾਨੂੰ ਸੱਦਾ ਦਿੰਦਾ ਹੈ ਕਿ ਪਾਟੇ ਕੱਪੜੇ ਪਾ ਲੈਣਾ ਕਾਫੀ ਨਹੀਂ ਹੈ, ਸਵਾਹ ਵਿੱਚ ਬਹਿ ਜਾਣਾ ਹੀ ਕਾਫੀ ਨਹੀਂ ਹੈ, ਤੁਹਾਡਾ ਦਿਲ ਟੁੱਟਣਾ ਚਾਹੀਦਾ ਹੈ। ਤੇ ਸਾਡਾ ਦਿਲ ਟੁੱਟੇ, ਸਾਨੂੰ ਸੱਚੀ ਦਿਲੋਂ ਪਛਤਾਵਾ ਹੋਏ, ਉਸ ਔਰਤ ਦੇ ਵਾਂਗ ਜਿਹਨੂੰ ਪਛਤਾਵਾ ਹੋਇਆ ਤੇ ਜਿਹੜੀ ਰੋ ਰੋ ਕੇ ਯੀਸ਼ੂ ਦੇ ਚਰਨਾਂ ਦੇ ਵਿੱਚ ਬਹਿ ਗਈ, ਆਪਣੇ ਹੰਝੂ ਵਹਾਏ ਉਸਨੇ, ਪਛਤਾਵੇ ਦੇ ਹੰਝੂ ਵਹਾਏ ਉਸਨੇ, ਤਪੱਸਿਆ ਦੇ ਹੰਝੂ ਉਸਨੇ ਵਹਾਏ, ਤੇ ਪ੍ਰਭੂ ਨੇ ਉਹਦੇ ਪਾਪਾਂ ਨੂੰ ਮਾਫ ਕਰ ਦਿੱਤਾ। ਅੱਜ ਉਹੀ ਪ੍ਰਭੂ ਸਾਨੂੰ ਵੀ ਆਪਣੇ ਉਸ ਫਜ਼ਲ ਦੇ ਨਾਲ ਅੱਗੇ ਵਧਣ ਦੇ ਲਈ, ਰੋਜ਼ਿਆਂ ਦੇ ਇਸ ਸਫ਼ਰ ਨੂੰ ਪੂਰਾ ਕਰਨ ਦੇ ਲਈ ਸਾਡਾ ਸਹਾਰਾ ਬਣ ਜਾਵੇ ਤੇ ਸਾਨੂੰ ਬਰਕਤ ਦੇਵੇ।